हाँ जी, वेरी गुड आफ्टरਨੂਨ ਸਟੂਡੈਂਟਸ। ਆਈ ਹੋਪ ਤੁਸੀਂ ਵਧੀਆ ਹੋਵੋਗੇ। ਤੇ ਜਿਵੇਂ ਕਿ ਤੁਸੀਂ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਆ ਉਹ ਮੈਸੇਜ ਆਏ ਸੀ ਕਿ ਸਾਨੂੰ ਜਿਹੜਾ ਹੈ ਇਸੇ ਤਰ੍ਹਾਂ MCQs ਜਿਹੜੇ ਆ ਉਹ ਚਾਹੀਦੇ ਆ, ਤਾਂ ਉਸੇ ਦੇ ਅਕੋਰਡਿੰਗ ਆਪਾਂ ਲੈਕਚਰ ਕੈਡਰ ਤੇ ਮਾਸਟਰ ਕੈਡਰ ਦੇ ਲਈ ਸਪੈਸ਼ਲ ਜਿਹੜੇ ਆ ਇਹ ਸੈਸ਼ਨ ਰੱਖੇ ਆ, ਜਿਹਦੇ ਵਿੱਚ ਤੁਹਾਨੂੰ ਏਜਸ ਵਾਈਜ਼ MCQs ਕਰਵਾਏ ਜਾਣਗੇ ਤਾਂ ਕਿ ਤੁਹਾਡੇ ਜਿਹੜੇ ਆ ਉਹ ਤਿਆਰੀ ਬਹੁਤ ਵਧੀਆ ਢੰਗ ਨਾਲ ਹੋ ਸਕੇ। ਠੀਕ ਹੈ, ਤੇ ਅੱਜ ਦੇ ਇਸ ਲੈਕਚਰ ਦੇ ਵਿੱਚ ਆਪਾਂ ਜੈਕੋਬੀਅਨ ਟੂ ਰੀਸਟੋਰੇਸ਼ਨ ਏਜ ਤੱਕ ਜਿੰਨੇ ਵੀ ਐਗਜ਼ਾਮਸ ਦੇ ਵਿੱਚੋਂ ਕੁਐਸਚਨ ਪੁੱਛੇ ਗਏ ਆ ਪਿਛਲੇ ਸਾਲਾਂ ਦੇ ਵਿੱਚ, ਪਿਛਲੇ 15 ਸਾਲਾਂ ਦੇ ਵਿੱਚ ਜਿਹੜੇ ਸਟੇਟ ਲੈਵਲ ਦੇ ਐਗਜ਼ਾਮ ਹੋਏ ਨੇ, PGT ਦੇ, TGT ਦੇ, ਉਹਨਾਂ ਦੇ ਵਿੱਚੋਂ ਖਾਸ ਕੁਝ ਰਾਈਟਰਸ ਦੇ ਵਿੱਚੋਂ ਜਿਹੜੇ ਆ ਕੁਐਸਚਨ ਲਏ ਗਏ ਆ, ਤਾਂ ਉਹਨਾਂ ਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ। ਠੀਕ ਹੈ, ਅੱਜ ਆਪਾਂ ਸੋਲਵ ਕਰਾਂਗੇ, ਦੇਖਦੇ ਹਾਂ ਕਿ ਕਿੰਨੇ ਕੁ ਕੁਐਸਚਨ ਜਿਹੜੇ ਆ ਆਪਾਂ ਸੋਲਵ ਕਰ ਪਾਵਾਂਗੇ। ਤਾਂ ਤੁਸੀਂ ਆਪਣੇ ਨਾਲ ਓਨੈਸਟ ਰਹੋ ਤੇ ਆਪਣੇ ਆਪ ਵੀ ਇਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਤੇ ਮੈਂ ਤੁਹਾਨੂੰ ਕੱਲ ਟੈਕਨੀਕ ਦੱਸੀ ਸੀ ਕਿ ਜਦੋਂ ਕਦੇ ਵੀ ਜਿਹੜਾ ਹੈ ਕਿਸੇ ਵੀ ਕੁਐਸਚਨ ਨੂੰ ਸੋਲਵ ਕਰਨਾ ਹੈ, ਸਪੈਸ਼ਲੀ PYQ, ਤਾਂ ਉਸ ਨੂੰ ਸਮਝਿਆ ਕਰੋ। ਠੀਕ ਹੈ, ਆਪਸ਼ਨਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਸੋ ਡੈਟ ਤੁਹਾਨੂੰ ਜਿਹੜੀਆਂ ਚੀਜ਼ਾਂ ਨੇ ਉਹ ਸਮਝ ਆ ਜਾਣ। ਠੀਕ ਹੈ, ਹੁਣ ਆਪਾਂ ਕਰਾਂਗੇ ਯੈਸ, ਹਾਂਜੀ। ਸੋ ਦੇਖੋ ਨੈਕਸਟ ਕੁਐਸਚਨ ਹੈ ਤੁਹਾਡਾ, which two patents were issued by King Charles II in 1660 to establish theatrical monopolies in London? ਚਾਰਲਸ ਟੂ ਜਦੋਂ ਹੋਂਦ ਦੇ ਵਿੱਚ ਆਏ, ਜਦੋਂ ਉਹ ਰਾਜਾ ਬਣੇ, ਤਾਂ ਉਹਨਾਂ ਨੇ ਕਿਹੜੇ ਦੋ ਇੰਪੋਰਟੈਂਟ ਪੇਟੈਂਟਸ ਬਣਾਏ ਸੀ ਤਾਂ ਕਿ ਥੀਏਟ੍ਰਿਕਲ ਮੋਨੋਪੋਲੀਜ਼ ਲੰਡਨ ਦੇ ਵਿੱਚ ਦੁਬਾਰਾ ਤੋਂ ਇਸਟੈਬਲਿਸ਼ ਕੀਤੀਆਂ ਜਾਣ? ਗਲੋਬ ਐਂਡ ਰੋਜ਼, King's Company and Duke's Company, Blackfriar and Swan, Admiral Man and Chamberlain's Man। ਜਲਦੀ ਤੋਂ ਦੱਸੋ ਜੀ, ਇਹਨਾਂ ਦੇ ਵਿੱਚੋਂ ਕਿਹੜਾ ਤੁਹਾਨੂੰ ਲੱਗਦਾ ਹੈ ਵੀ ਕਿਹੜੇ ਦੋ ਪੇਟੈਂਟਸ ਨੇ ਜਿਹੜੇ ਇਸ਼ੂ ਕੀਤੇ ਗਏ ਸੀ ਬਾਈ ਚਾਰਲਸ ਟੂ ਇਨ 1660 ਤਾਂ ਕਿ ਜਿਹੜੀਆਂ ਚੀਜ਼ਾਂ ਨੇ ਉਹ ਸੌਖੀਆਂ ਹੋ ਸਕਣ? ਹਾਂਜੀ, what will the answer here? ਹਾਂਜੀ, ਦੇਖੋ ਗਲੋਬ ਐਂਡ ਰੋਜ਼ ਤਾਂ ਨਹੀਂ ਹੋ ਸਕਦਾ। ਗਲੋਬ ਐਂਡ ਰੋਜ਼ ਕਿਹੜੀ ਏਜ ਦੇ ਵਿੱਚ ਮਿਲਦੇ ਸੀ ਤੁਹਾਨੂੰ ਪਤਾ ਹੋਏਗਾ, ਜਦੋਂ ਸ਼ੇਕਸਪੀਅਰ ਵਾਸ देयर, ਸ਼ੇਕਸਪੀਅਰ ਵਾਸ ਐਸੋਸੀਏਟਡ ਵਿਦ, ਆਪਾਂ ਕਹਿ ਸਕਦੇ ਇਹਨੂੰ ਐਲਿਜ਼ਾਬੈਥਨ ਏਜ, ਹੈ ਨਾ, ਐਲਿਜ਼ਾਬੈਥਨ ਏਜ। ਐਂਡ ਅਗਰ ਮੈਂ ਬਲੈਕ ਫਰਾਇਰ ਦੀ ਗੱਲ ਕਰਾਂ, ਸਵੈਨ ਦੀ ਗੱਲ ਕਰਾਂ, ਤਾਂ ਇਹ ਤਾਂ ਜੈਕੋਬੀਅਨ ਏਜ ਦੇ ਵਿੱਚ ਆ, ਹੈ ਨਾ, ਜੈਕੋਬੀਅਨ ਏਜ ਦੇ ਵਿੱਚ ਆ। ਤੇ ਚੈਂਬਰਲੇਨ ਮੈਨ ਵੀ ਨਹੀਂ ਹੋਏਗਾ, ਤਾਂ ਇਹਦੇ ਵਿੱਚੋਂ ਕਿਹੜਾ ਹੋਏਗਾ? ਕਿੰਗਸ ਕੰਪਨੀ ਐਂਡ ਡਿਊਕਸ ਕੰਪਨੀ। ਇਸ ਕੁਐਸਚਨ ਨੂੰ ਸਮਝਣ ਦੇ ਲਈ ਚੀਜ਼ਾਂ ਨੂੰ ਧਿਆਨ ਨਾਲ ਦੇਖਣਾ ਹੈ। ਦੇਖੋ ਜੀ, ਜਦੋਂ ਇੰਗਲੈਂਡ ਦੇ ਵਿੱਚ ਥੀਏਟਰਸ ਬਣੇ ਨਾ, ਤਾਂ ਸਭ ਤੋਂ ਪਹਿਲਾਂ ਸਿਰਫ ਰਾਜਾ ਰਾਣੀਆਂ ਦੇ ਕੋਲ ਪਰਸਨਲ ਥੀਏਟਰਸ ਹੁੰਦੇ ਸੀ ਤੇ ਉਹ ਪਰਫਾਰਮੈਂਸ ਦੇਖਣ ਦੇ ਲਈ ਆਪਣੇ ਥੀਏਟਰ ਦੇ ਵਿੱਚ ਜਾਂਦੇ ਸੀ। ਤਾਂ ਉਸ ਥੀਏਟਰ ਦੇ ਵਿੱਚ ਜਿਹੜੀ ਮਿਡਲ ਕਲਾਸ ਹੈ ਜਾਂ ਲੋਅਰ ਕਲਾਸ ਹੈ, ਦੇ ਵਰ ਨਾਟ ਐਡਮਿਟਡ, ਇਵਨ ਉਹ ਬਹੁਤ ਕੋਸਟਲੀ ਹੁੰਦੇ ਸੀ ਕਿ ਉਹਨਾਂ ਦੇ ਕੋਲ ਟਿਕਟ ਲੈਣ ਦੇ ਵੀ ਪੈਸੇ ਨਹੀਂ ਸੀ ਹੁੰਦੇ। ਤਾਂ ਫਿਰ ਇੱਕ ਵੱਡਾ ਥੀਏਟਰ ਬਣਾਇਆ ਗਿਆ, ਪਬਲਿਕ ਥੀਏਟਰ, ਜਿਹਦਾ ਨਾਮ ਰੱਖਿਆ ਗਿਆ ਦ ਥੀਏਟਰ। ਉਸ ਤੋਂ ਬਾਅਦ ਡਰਾਮਾਸ ਬਹੁਤ ਪ੍ਰੋਡਿਊਸ ਹੋਏ, ਵਿਲੀਅਮ ਸ਼ੇਕਸਪੀਅਰ ਵਰਗੇ ਡਰਾਮਾਟਿਸਟ ਆਏ ਜਿਨ੍ਹਾਂ ਨੇ ਡਿਫਰੈਂਟ ਐਕਟਿੰਗ ਕੰਪਨੀਜ਼ ਬਣਾਈਆਂ, ਜਿਵੇਂ ਕਿ ਕੁਈਨ ਐਲਿਜ਼ਾਬੈਥ ਦੇ ਟਾਈਮ ਪੀਰੀਅਡ ਤੇ ਆਪਣੇ ਕੋਲ ਹੈ ਲੋਰਡ ਚੈਂਬਰਲੇਨਸ ਮੈਨ, ਹੈ ਨਾ, ਤੇ ਇਸੇ ਤਰ੍ਹਾਂ ਐਡਮਾਇਰਲ ਮੈਨ, ਹੋਰ ਵੀ ਬਹੁਤ ਸਾਰੀਆਂ, ਕਿੰਗਸਮੈਨ। ਫਿਰ ਜੈਕੋਬੀਅਨ ਏਜ ਦੇ ਵਿੱਚ ਕਿੰਗਸਮੈਨ ਕੰਪਨੀ ਬਣੀ, ਡਿਫਰੈਂਟ ਤਰ੍ਹਾਂ ਦੇ ਥੀਏਟਰ ਬਣੇ। ਗਲੋਬ ਥੀਏਟਰ ਵਾਸ ਐਸੋਸੀਏਟਡ ਵਿਦ ਵਿਲੀਅਮ ਸ਼ੇਕਸਪੀਅਰ, ਜਿਹਦੇ ਵਿੱਚ ਵਿਲੀਅਮ ਸ਼ੇਕਸਪੀਅਰ ਨੇ ਖੁਦ ਇਨਵੈਸਟ ਕੀਤਾ। ਠੀਕ ਹੈ, ਤੇ ਜੇ ਹੁਣ ਮੈਂ ਗੱਲ ਕਰਾਂ ਕਿ ਜਿਹੜੀ ਆਪਣੀ ਅਗਲੀ ਏਜ ਹੈ ਕਿੰਗਸ ਕੰਪਨੀ ਐਂਡ ਡਿਊਕਸ ਕੰਪਨੀ, ਇਹ ਜਿਹੜੀ ਹੈ ਉਹ ਰੀਸਟੋਰੇਸ਼ਨ ਪੀਰੀਅਡ ਦੇ ਵਿੱਚ ਪੇਟੈਂਟ ਇਸ਼ੂ ਕੀਤੇ ਗਏ ਸੀ ਚਾਰਲਸ ਟੂ ਦੇ ਦੁਆਰਾ, ਤਾਂ ਕਿ ਥੀਏਟ੍ਰਿਕਲ ਪਰਫਾਰਮੈਂਸਿਸ ਨੂੰ ਦੁਬਾਰਾ ਤੋਂ ਬਲੂਮ ਕੀਤਾ ਜਾਵੇ। ਠੀਕ ਹੈ, ਤਾਂ ਤੁਸੀਂ ਪਲੀਜ਼ ਇਹਨਾਂ ਨੂੰ ਯਾਦ ਰੱਖਿਓ, ਬਹੁਤ ਵਾਰ ਕੁਐਸਚਨ ਬਣਦੇ ਆ ਸ਼ੇਕਸਪੀਅਰ ਨਾਲ ਕਿਹੜਾ ਥੀਏਟਰ ਐਸੋਸੀਏਟ ਕਰਦਾ ਹੈ। ਬਲੈਕ ਫਰਾਇਰ ਥੀਏਟਰ ਕਦੋਂ ਹੋਂਦ ਦੇ ਵਿੱਚ ਆਇਆ? ਦੇਖੋ ਜੀ, ਜਦੋਂ ਜੈਕੋਬੀਅਨ ਏਜ ਸੀ ਉਸ ਟਾਈਮ ਤੇ ਬੜਾ ਨਿਰਾਸ਼ਾਵਾਦ ਆ ਗਿਆ ਸੀ, ਪੋਲੀਟੀਕਲ ਅਨਸਟੇਬਿਲਿਟੀ ਆ ਗਈ ਸੀ ਇੰਗਲੈਂਡ ਦੇ ਵਿੱਚ, ਜਿਸ ਦੇ ਕਰਕੇ ਥੀਏਟਰ ਜਿਹੜੇ ਪਰਫਾਰਮੈਂਸਿਸ ਆ ਉਹਨਾਂ ਦੇ ਵਿੱਚ ਵੀ ਡਾਰਕ ਥੀਮਸ ਆ ਗਏ ਸੀ।
ਮਕਾਵਰੇ ਐਲੀਮੈਂਟ ਆ ਗਿਆ ਸੀ, ਮਤਲਬ ਬਹੁਤ ਹੀ ਅਨਪਲੇਜੈਂਟ ਸੀਨਸ ਨੂੰ ਦਿਖਾਣਾ ਜਿਹੜੇ ਸਾਡੇ ਅੱਖਾਂ ਨੂੰ ਨਾ ਪਸੰਦ ਆਵੇ, ਖੂਨ, ਵਾਰਦਾਤਾਂ, ਠੀਕ ਹੈ, ਬਲੱਡ ਸ਼ੈਡ, ਇਹ ਸਾਰੇ ਥੀਮਸ ਨੂੰ ਬਣਾਉਣ ਦੇ ਲਈ ਉਹਨਾਂ ਨੂੰ ਇੰਡੋਰ ਥੀਏਟਰ ਦੀ ਲੋੜ ਪਈ। ਇੰਡੋਰ ਥੀਏਟਰ ਜਿੱਥੇ ਪੂਰਾ ਡਾਰਕ ਚੀਜ਼ਾਂ ਹੋਣ, ਕੈਂਡਲ ਲਾਈਟ ਦਾ ਹੀ ਰੋਸ਼ਨੀ ਹੋਵੇ, ਤਾਂ ਉਸ ਦੇ ਲਈ ਬਲੈਕ ਫਰਾਇਰ ਥੀਏਟਰ ਬਣਾਇਆ ਗਿਆ ਸੀ। ਠੀਕ ਹੈ, ਹੁਣ ਇਹਦਾ ਰਾਈਟ ਆਪਸ਼ਨ ਆਏਗਾ ਕਿੰਗਸ ਕੰਪਨੀ ਐਂਡ ਡਿਊਕਸ ਕੰਪਨੀ। ਇਸ ਤੋਂ ਬਾਅਦ ਦੇਖੋ ਆਪਣੇ ਕੋਲ ਨੈਕਸਟ ਕੁਐਸਚਨ ਹੈ, ਦ ਗਨ ਪਾਊਡਰ ਪਲੋਟ ਐਂਡ ਅਟੈਂਪਟ ਟੂ ਬਲੋ ਅਪ ਕਿੰਗ ਜੇਮਸ I ਐਂਡ ਇੰਗਲਿਸ਼ ਪਾਰਲੀਮੈਂਟ ਅਕਰਡ ਇਨ ਵਿਚ ਈਅਰ। ਸੋ ਇਹ ਕੁਐਸਚਨ ਕਾਫੀ ਵਾਰ ਰਿਪੀਟ ਹੋਇਆ, ਸੋ ਰਿਮੈਂਬਰ ਦਿਸ ਕੁਐਸਚਨ 1603, 1605, 1616 or 1621। so the right option here will be 1605। ਇਸ ਗੱਲ ਨੂੰ ਹਮੇਸ਼ਾ ਧਿਆਨ ਨਾਲ ਰਹਿਣਾ ਹੈ, ਇਹਨੂੰ ਯਾਦ ਰੱਖਣਾ ਹੈ, ਕਿਉਂਕਿ 1603 ਦੇ ਵਿੱਚ ਕੁਈਨ ਐਲਿਜ਼ਾਬੈਥ ਦੀ ਡੈਥ ਹੋ ਜਾਂਦੀ ਹੈ। ਕਿਹਦੀ ਡੈਥ ਹੋ ਜਾਂਦੀ ਹੈ? ਕੁਈਨ ਐਲਿਜ਼ਾਬੈਥ ਦੀ ਡੈਥ ਹੋ ਜਾਂਦੀ ਹੈ, ਜਿਸ ਤੋਂ ਬਾਅਦ ਕੋਈ ਵੀ ਇੰਗਲੈਂਡ ਦੇ ਵਿੱਚ ਰਾਜਾ ਜਾਂ ਰਾਣੀ ਨਹੀਂ ਬਣਿਆ, ਐਂਡ देयर इज अ यू विल से एम्प्टी थ्रोन, ਖਾਲੀ ਥਰੋਨ ਸੀ। ਸਕਾਟਲੈਂਡ ਦਾ ਰਾਜਾ ਜਿਹਦਾ ਨਾਮ ਜੇਮਸ VI ਸੀ, ਉਹ ਇੰਗਲੈਂਡ ਦੇ ਵਿੱਚ ਆਇਆ ਤੇ ਉਹਨੇ ਦੋ ਰਾਜਾਂ ਨੂੰ, ਦੋ ਤਾਜਾਂ ਨੂੰ ਯੂਨੀਫਾਈ ਕੀਤਾ, ਮਤਲਬ ਹੀ ਵਾਸ ਆਲਸੋ ਕਿੰਗ ਆਫ ਸਕਾਟਲੈਂਡ ਐਜ਼ ਵੈਲ ਐਜ਼ ਹੀ ਵਾਸ ਕਿੰਗ ਆਫ ਇੰਗਲੈਂਡ। ਇੰਗਲੈਂਡ ਬਹੁਤ ਪਾਵਰਫੁਲ ਨੇਸ਼ਨ ਸੀ, ਕਿਉਂਕਿ ਕੁਈਨ ਐਲਿਜ਼ਾਬੈਥ ਦੇ ਟਾਈਮ ਤੇ ਬਹੁਤ ਜ਼ਿਆਦਾ ਨੈਸ਼ਨਲ ਵਿਕਟਰੀ ਇਹਨੂੰ ਮਿਲੀ ਸੀ। ਤਾਂ 1605 ਦੇ ਵਿੱਚ ਕੁਝ, ਹੁਣ ਤੁਹਾਨੂੰ ਪਤਾ ਹੈ ਕਿ ਇੰਗਲੈਂਡ ਦੇ ਵਿੱਚ ਪ੍ਰੋਟੈਸਟੈਂਟ ਰਾਜਾ ਹੀ ਰਾਜ ਕਰਦਾ ਆ ਰਿਹਾ ਹੈ, ਤੇ ਇੱਥੇ ਦੇ ਕੁਝ ਕੈਥੋਲਿਕ ਲੋਕਾਂ ਨੇ, ਕੈਥੋਲਿਕ ਗਰੁੱਪ ਨੇ ਇੱਕ ਕੌਨਸਪੀਰੇਸੀ ਰਚੀ ਕਿ ਆਪਾਂ ਇਸ ਰਾਜਾ ਨੂੰ, ਜੇਮਸ I ਨੂੰ ਤੇ ਉਹਦੇ ਪਰਿਵਾਰ ਨੂੰ ਪਾਰਲੀਮੈਂਟ ਦੇ ਵਿੱਚ ਜਦੋਂ ਉਹ ਐਂਟਰ ਹੋਏਗਾ ਤਾਂ ਆਪਾਂ ਗਨ ਪਾਊਡਰ ਬਾਰੂਦ ਦੇ ਨਾਲ ਉਹਨੂੰ ਉਡਾ ਦਾਂਗੇ, ਮਤਲਬ ਮਾਰ ਦਾਂਗੇ, ਅਸੈਸੀਨੇਟ ਕਰ ਦਾਂਗੇ। ਬਟ ਇਹ ਪਲਾਨ ਫਲੋਪ ਹੋਇਆ। ਬਹੁਤ ਵੱਡੇ ਲੈਵਲ ਤੇ ਇਹ ਪਲਾਨ ਰਚਿਆ ਗਿਆ ਸੀ। ਜਦੋਂ ਜੇਮਸ I ਨੂੰ ਪਤਾ ਲੱਗਿਆ ਕਿ ਉਹਦੇ ਖਿਲਾਫ ਕੌਨਸਪੀਰੇਸੀ ਰਚੀ ਜਾ ਰਹੀ ਹੈ, ਤਾਂ ਫਿਰ ਉਸ ਜਿਹੜੇ ਉਹ ਕੌਨਸਪੀਰੇਟਰ ਸੀ ਉਹਨਾਂ ਨੂੰ ਬਹੁਤ ਬੁਰੀ ਸਜ਼ਾ ਮਿਲੀ, ਰਾਈਟ। ਤੇ ਮੈਂ ਗੱਲ ਕਰਾਂ, ਇਸ ਪਲੋਟ ਦੇ ਤਹਿਤ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ। ਪ੍ਰੋਟੈਸਟੈਂਟ ਜਿਹੜੇ ਆ ਰਾਜਿਆਂ ਦੇ ਦਿਮਾਗ ਦੇ ਵਿੱਚ ਥੋੜੀ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਸਿਕਿਉਰਿਟੀ ਦੇ ਨਾਲ ਰਹਿੰਦੇ ਸੀ। ਤੇ 1605 ਇਜ਼ ਦਾ ਟਾਈਮ when there was a gunpowder plot। ठीक है जी, याद रखना है। अगला क्वेश्चन, Shakespeare's later play The Tempest belongs to which genre category introduced by modern scholarship। ਹੁਣ ਦੇਖੋ, ਸ਼ੇਕਸਪੀਅਰ ਨੇ ਤਾਂ ਪਲੇਜ਼ ਲਿਖੇ, ਉਹਨੇ ਕੈਟਾਗਰੀ ਨਹੀਂ ਡਿਵਾਈਡ ਕੀਤਾ ਪਲੇਜ਼ ਨੂੰ, ਜਿੱਦਾਂ ਉਹਨਾਂ ਦੇ ਪਲੇਜ਼ ਨੂੰ ਕੈਟਾਗੋਰਿਕਲੀ ਡਿਵਾਈਡ ਕੀਤਾ ਬਹੁਤ ਟਾਈਮ ਬਾਅਦ, ਬਹੁਤ ਸਮੇਂ ਬਾਅਦ ਡਿਫਰੈਂਟ ਤਰ੍ਹਾਂ ਦੇ ਸਕੋਲਰਸ ਨੇ। ਠੀਕ ਹੈ, ਉਹਨਾਂ ਨੇ ਤਾਂ ਪਲੇਜ਼ ਲਿਖੇ, ਉਹਨਾਂ ਦੇ ਅਕੋਰਡਿੰਗ ਸਾਰੇ ਪਲੇਜ਼ ਉਹਨਾਂ ਦੇ ਨੰਬਰ ਵਾਈਜ਼ ਆ, ਠੀਕ ਹੈ। ਬਟ ਕੁਝ ਸਕੋਲਰਸ ਆਏ ਜਿਨ੍ਹਾਂ ਨੇ ਉਹਨਾਂ ਦੇ ਪਲੇਜ਼ ਨੂੰ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤਾ ਕਿ ਇਹ ਟ੍ਰੈਜੇਡੀ ਆ, ਇਹ ਕਾਮੇਡੀ ਆ, ਇਹ ਟ੍ਰੈਜਿਕ ਕਾਮੇਡੀ ਹੈ, ਇਹ ਰੋਮਾਂਸਿਸ ਨੇ, ਇਹ ਰੋਮਨ ਪਲੇਜ਼ ਨੇ। ਠੀਕ ਹੈ, ਹੁਣ ਮੈਂ ਵੀ ਜਿਵੇਂ ਤੁਹਾਨੂੰ ਕਰਵਾਇਆ ਹੀ ਹੈ ਕਿ ਸ਼ੇਕਸਪੀਅਰ ਨੇ ਡਿਫਰੈਂਟ ਤਰ੍ਹਾਂ ਦੇ ਬਹੁਤ ਪਲੇਜ਼ ਲਿਖੇ ਹੈ ਐਜ਼ ਯੂ ਨੋ, ਤਾਂ ਉਹਨਾਂ ਦੇ ਵਿੱਚੋਂ ਗ੍ਰੇਟ ਟ੍ਰੈਜੇਡੀਜ਼ ਕਿਹੜੀਆਂ ਨੇ? ਗ੍ਰੇਟ ਟ੍ਰੈਜੇਡੀਜ਼ ਆਪਣੇ ਕੋਲ 4 ਨੇ, ਹੋਕਮ, ਹੈਮਲੇਟ, ਓਥੈਲੋ, ਕਿੰਗ ਲੀਅਰ, ਮੈਕਬੈਥ। ਇਸੇ ਤਰ੍ਹਾਂ रोमांसिस एंड ट्रेजिक कॉमेडी, रोमांसिस ਤੇ ट्रेजिक कॉमेडी ਦੋਨੋਂ ਸੇਮ ਆ, ਤੇ ਕਨਫਿਊਜ਼ ਨਹੀਂ ਹੋਣਾ। ਇਹਦੇ ਵਿੱਚ ਆਪਣੇ ਕੋਲ ਪੈਰਿਕਲ ਆ ਗਿਆ, ਪੈਰਿਕਲਸ ਹੋ ਗਿਆ, ਤੇ ਹੋਰ ਵੀ ਆਪਣੇ ਕੋਲ ਕਾਫੀ ਸਾਰੇ ਰੋਮਾਂਸਿਸ ਆਣਗੇ। ਠੀਕ ਹੈ, ਐਂਡ ਹਿਸਟਰੀ ਪਲੇਸ ਦੇ ਵਿੱਚ ਤੁਹਾਡੇ ਕੋਲ ਸਾਰੇ ਹਿਸਟੋਰੀਕਲ ਪਲੇਸ ਜਿਹੜੇ ਉਹਨਾਂ ਨੇ ਹਿਸਟਰੀ ਦੇ ਉੱਤੇ ਲਿਖੇ ਆ, ਜਿਵੇਂ ਰਿਚਰਡ II ਹੈ ਨਾ। ਇਸੇ ਤੋਂ ਬਾਅਦ ਆਪਣੇ ਕੋਲ ਫਾਰਸ ਨਹੀਂ ਹੋਏਗਾ। ਸੋ ਦ ਟੈਂਪੈਸਟ ਦਾ ਰਾਈਟ ਆਂਸਰ ਬਣੇਗਾ रोमांस और ट्रैजिक प्ले। ਤਾਂ ਇਹ 4 ਰੋਮਾਂਸ ਨੇ, ਵੱਡੇ ਰੋਮਾਂਸ ਨੇ, ਇਹਨਾਂ ਦੇ ਨਾਮ ਯਾਦ ਰੱਖਣੇ ਆ। ਟੈਂਪੈਸਟ ਇਜ਼ ਦ ट्रैजिक कॉमेडी और रोमांस। ਟੈਂਪੈਸਟ ਕਿਹੜੀ ਕੈਟਾਗਰੀ ਦੇ ਵਿੱਚ ਆਏਗਾ? ट्रैजिक कॉमेडी ਜਾਂ ਫਿਰ ਰੋਮਾਂਸ ਕੈਟਾਗਰੀ ਦੇ ਵਿੱਚ। ਠੀਕ ਹੈ, ਤਾਂ ਯਾਦ ਰੱਖਣਾ, the right option will be this। ਅਗਲਾ ਕੁਐਸਚਨ, who famously described Shakespeare as an upstart crow wittified with our feathers in Green's groats worth of wit। okay, Ben Jonson, Robert Greene, Thomas Kidd and Christopher Marlowe। ਤਾਂ ਆਪਸ਼ਨ ਦੇਖੋ, ਪਹਿਲਾਂ ਕੁਐਸਚਨ ਨੂੰ ਧਿਆਨ ਨਾਲ ਪੜੋ ਕਿ ਕਿਸਨੇ ਸ਼ੇਕਸਪੀਅਰ ਨੂੰ ਬੋਲਿਆ ਹੈ ਐਨ ਅਪਸਟਾਰਟ ਕਰੋ, ਜਿਹੜਾ ਸਾਡੇ ਖੰਭਾਂ ਦੇ ਨਾਲ ਸਜਿਆ ਹੈ। ਠੀਕ ਹੈ, ਤੇ ਉਸ ਪੈਂਫਲੇਟ ਦਾ ਨਾਮ ਕੀ ਹੈ, ਉਸ ਰਾਈਟਿੰਗ ਦਾ ਨਾਮ ਕੀ ਹੈ? ਗ੍ਰੋਟਸ ਵਰਥ ਆਫ ਵਿਟ। ਹੁਣ ਕਈ ਵਾਰ ਕੁਐਸਚਨ ਘੁਮਾ ਕੇ ਪੁੱਛ ਲਿਆ ਜਾਏਗਾ ਕਿ ਕਿਸ
ਪੈਂਫਲੇਟ ਦੇ ਵਿੱਚ ਸ਼ੇਕਸਪੀਅਰ ਨੂੰ ਅਪਸਟਾਰਟ ਕਰੋ ਬੋਲਿਆ ਗਿਆ ਤਾਂ ਆਹ ਵਾਲਾ ਪੈਂਫਲੇਟ ਹੈ, ਨਾਮ ਵੀ ਯਾਦ ਰੱਖਣਾ ਹੈ। ਤਾਂ ਇਹ ਕਿਹਦਾ ਹੈ, ਇਹਦੇ ਵਿੱਚ ਆਪਸ਼ਨ ਨਾਲ ਹੀ ਦੇ ਦਿੱਤਾ, ਰੋਬਰਟ ਗ੍ਰੀਨ ਨੇ ਬੋਲੀ ਹੈ ਇਹ ਗੱਲ। ਰੋਬਰਟ ਗ੍ਰੀਨ ਨੇ ਬੋਲਿਆ ਡੈਟ ਸ਼ੇਕਸਪੀਅਰ ਅਪਸਟਾਰਟ ਕਰੋ ਹੈ, ਜੋ ਕਿ ਸਜਾਵਟੀ ਖੰਭਾਂ ਦੇ ਨਾਲ ਸਜਿਆ ਹੋਇਆ, ਜਿਸ ਨੂੰ ਰਸਤਾ ਸਾਡੇ ਵਰਗੇ ਯੂਨੀਵਰਸਿਟੀ ਵਿਟਸ ਨੇ ਦਿਖਾਇਆ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਰੋਬਰਟ ਗ੍ਰੀਨ ਇਜ਼ ਵਨ ਆਫ ਦਾ ਯੂਨੀਵਰਸਿਟੀ ਵਿਟ। ਹੁਣ ਇੱਥੇ ਕੁਐਸਚਨ ਇੱਕ ਹੋਰ ਬਣ ਗਿਆ ਕਿ ਹੂ ਆਰ ਯੂਨੀਵਰਸਿਟੀ ਵਿਟਸ, ਕੀ ਹੈ ਇਹ ਯੂਨੀਵਰਸਿਟੀ ਵਿਟ? ਤਾਂ ਯੂਨੀਵਰਸਿਟੀ ਵਿਟਸ ਕੌਣ ਸੀ? ਦੇਖੋ ਜੀ, ਯੂਨੀਵਰਸਿਟੀ ਵਿਟਸ ਜਿਹੜੇ ਸੀ ਉਹ ਗਰੁੱਪ ਆਫ ਰਾਈਟਰ ਹੈ, ਇਹ ਬੈਂਡ ਆਫ ਰਾਈਟਰਸ ਜਿਹੜੇ ਕਿ ਯੂਨੀਵਰਸਿਟੀਜ਼ ਤੋਂ ਸਟੱਡੀ ਕਰਕੇ ਆਏ ਸੀ, ਕੈਂਬਰਿਜ ਜਾਂ ਫਿਰ ਆਕਸਫੋਰਡ। ਇਹਦੇ ਵਿੱਚ ਆਪਣੇ ਕੋਲ 7 ਰਾਈਟਰਸ ਆਉਂਦੇ ਆ। ਕਿੰਨੇ ਰਾਈਟਰਸ ਆਉਂਦੇ ਆ? 7। ਕ੍ਰਿਸਟੋਫਰ, ਪਹਿਲਾਂ ਤਾਂ ਸਾਡੇ ਕੋਲ ਹੈ ਲਿਲੀ, ਠੀਕ ਹੈ, ਫਿਰ ਹੈ ਆਪਣੇ ਕੋਲ ਪੀਲ, ਜॉर्ज ਪੀਲ, ਦੈਨ ਵੀ ਹੈਵ ਰੋਬਰਟ ਗ੍ਰੀਨ, ਫਿਰ ਆਪਣੇ ਕੋਲ ਥੋਮਸ ਨੈਸ਼ ਜਾਂ ਨੇਸ਼, ਜੋ ਮਰਜ਼ੀ ਬੋਲੋ, ਠੀਕ ਹੈ, ਥੋਮਸ ਲੌਜ, ਫਿਰ ਆਪਣੇ ਕੋਲ ਆਣਗੇ ਮਾਰਲੋ, ਐਂਡ 7th ਵੀ ਹੈਵ ਥੋਮਸ ਕਿਡ, KYD। ਹੁਣ ਇਹਦੇ ਵਿੱਚ ਇੰਟਰਸਟਿੰਗ ਸੀਨ ਇਹ ਆ ਕਿ ਜਿਹੜਾ ਥੋਮਸ ਕਿਡ ਹੈ ਉਹ ਕਿਸੇ ਵੀ ਯੂਨੀਵਰਸਿਟੀ ਤੋਂ ਪੜ੍ਹ ਕੇ ਨਹੀਂ ਆਇਆ, ਬਟ ਫਿਰ ਵੀ ਉਹਨਾਂ ਦਾ ਰਾਈਟਿੰਗ ਸਟਾਈਲ ਮੈਚ ਕਰਦਾ ਸੀ। That's why he is also known as University Wit। University Wit ਟਰਮ ਕਿਸਨੇ ਦਿੱਤੀ ਹੈ, ਇਹ ਵੀ ਇੱਕ ਕੁਐਸਚਨ ਬਣ ਜਾਂਦਾ ਹੈ। ਇਸ ਤਰ੍ਹਾਂ ਕੁਐਸਚਨ ਦੀ ਸੀਰੀਜ਼ ਬਣ ਜਾਂਦੀ ਹੈ ਇੱਕ PYQ ਤੋਂ। ਤਾਂ ਇਸ ਤਰੀਕੇ ਦੇ ਨਾਲ ਕਰੋ, ਠੀਕ ਹੈ। ਹੁਣ ਰੋਬਰਟ ਗ੍ਰੀਨ ਨੇ ਬੋਲਿਆ ਹੈ ਸ਼ੇਕਸਪੀਅਰ ਨੂੰ, ਕਿਉਂਕਿ ਸ਼ੇਕਸਪੀਅਰ ਦੇ ਉੱਤੇ ਬਹੁਤ ਕ੍ਰਿਟਿਸਿਜ਼ਮ ਹੋਇਆ। ਕਈ ਲੋਕ ਤਾਂ ਸ਼ੇਕਸਪੀਅਰ ਨੂੰ ਇਹ ਬੋਲਦੇ ਸੀ ਕਿ ਸ਼ੇਕਸਪੀਅਰ ਨੂੰ ਤਾਂ ਲਿਖਣਾ ਵੀ ਨਹੀਂ ਆਉਂਦਾ, ਉਸ ਬੰਦੇ ਨੂੰ ਤਾਂ ਆਪਣੇ ਸਾਈਨ ਨਹੀਂ ਕਰਨੇ ਆਉਂਦੇ, ਤਾਂ ਤੁਸੀਂ ਉਹਨੂੰ ਕਿਉਂ ਪੂਜ ਰਹੇ ਹੋ, ਤੁਸੀਂ ਉਹਨੂੰ ਕਿਉਂ ਪੜ੍ਹ ਰਹੇ ਹੋ? ਓਕੇ, ਤਾਂ ਸ਼ੇਕਸਪੀਅਰ ਦੇ ਬਾਰੇ ਗ੍ਰੀਨ ਨੇ ਬੋਲਿਆ ਕਿ ਸ਼ੇਕਸਪੀਅਰ ਇੱਕ ਕ੍ਰੋ ਹੈ ਜਿਸ ਨੂੰ ਅਸੀਂ ਖੰਭ ਦਿੱਤੇ ਆ, ਉਹ ਸਾਡੇ ਸਜਾਵਟੀ ਖੰਭਾਂ ਦੇ ਨਾਲ ਦੁਨੀਆ ਦੇ ਵਿੱਚ ਫੇਮ ਹਾਸਿਲ ਕਰ ਰਿਹਾ ਹੈ, ਠੀਕ ਹੈ। ਅਗਲਾ ਕੁਐਸਚਨ, in which Shakespearean play does the famous line there is a divinity that shapes our ends occur? ਉਹ ਕਿਹੜਾ ਸ਼ੇਕਸਪੀਅਰ ਪਲੇ ਹੈ ਜਿਸ ਦੇ ਵਿੱਚ ਫੇਮਸ ਲਾਈਨ ਆਉਂਦੀ ਆ ਕਿ ਇੱਕ ਰੱਬ ਹੈ ਜਿਹੜਾ ਸਾਡੇ ਐਂਡ ਬਣਾਉਂਦਾ ਹੈ, ਜਿਹੜਾ ਸਭ ਦੇ ਅੰਤ ਕਰਦਾ ਹੈ? ਕਿੰਗ ਲੀਅਰ, ਮੈਕਬੈਥ, ਹੈਮਲੇਟ, ਓਥੈਲੋ। ਜਲਦੀ ਤੋਂ ਦੱਸੋ। ਇਹ ਚਾਰੋਂ ਗ੍ਰੇਟ ਟ੍ਰੈਜੇਡੀਜ਼ ਆ। ਹੁਣ ਕੋਟੇਸ਼ਨ ਦੇ ਉੱਤੇ ਕੁਐਸਚਨ ਬਣਿਆ ਹੈ, ਇਹ ਪਿਛਲੇ ਸਾਲਾਂ ਦੇ ਵਿੱਚ ਬਣਿਆ ਹੈ, ਇਸੇ ਲਈ ਤੁਹਾਨੂੰ ਇਹ ਕੁਐਸਚਨ ਜਿਹੜਾ ਹੈ ਪੁੱਛਿਆ ਗਿਆ ਹੈ। ਹਾਂਜੀ, ਹਾਂਜੀ। ਸੋ ਇਹ ਕੋਟੇਸ਼ਨ ਆਉਂਦੀ ਹੈ ਹੈਮਲੇਟ ਦੇ ਵਿੱਚ, ਜਦੋਂ ਹੈਮਲੇਟ ਆਪਣੇ ਫਰੈਂਡ ਹੋਰੇਸ਼ੀਓ ਨੂੰ ਬੋਲਦਾ ਹੈ। ਕੌਣ ਬੋਲਦਾ ਹੈ? ਹੈਮਲੇਟ ਆਪਣੇ ਫਰੈਂਡ ਹੋਰੇਸ਼ੀਓ ਨੂੰ ਬੋਲਦਾ ਹੈ ਕਿ ਸਾਡੇ ਐਕਸ਼ਨਸ ਦੇ ਉੱਤੇ ਕੰਟਰੋਲ ਕੌਣ ਕਰ ਰਿਹਾ ਹੈ? ਰੱਬ। ਓਕੇ, ਡਿਵਾਈਨ ਪਾਵਰ। ਅਗਲਾ ਕੁਐਸਚਨ ਹੈ ਜੀ ਤੁਹਾਡਾ, ਸ਼ੇਕਸਪੀਅਰਸ ਟ੍ਰੈਜਿਕ ਕੈਰੈਕਟਰ ਕਿੰਗ ਲੀਅਰ ਫੇਮਸਲੀ ਡਿਵਾਈਡਸ ਹਿਸ ਕਿੰਗਡਮ ਅਮੰਗ 3 ਡਾਟਰਸ, ਹੂ ਇਜ਼ ਹਿਸ ਓਨੈਸਟ ਐਂਡ ਯੰਗੈਸਟ ਡਾਟਰ। ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੂ ਇਜ਼ ਕਿੰਗ ਲੀਅਰ। ਕਿੰਗ ਲੀਅਰ ਇੱਕ ਟ੍ਰੈਜੇਡੀ ਹੈ ਬਾਈ ਸ਼ੇਕਸਪੀਅਰ, ਜਿਸ ਦੇ ਵਿੱਚ ਉਹਦੀਆਂ 3 ਬੇਟੀਆਂ ਹੁੰਦੀਆਂ ਨੇ, ਤੇ ਇਸ ਪਲੇ ਦੀ ਸਟਾਰਟ ਹੀ ਇਹਦੇ ਨਾਲ ਹੁੰਦਾ ਹੈ ਕਿ ਕਿੰਗ ਲੀਅਰ ਓਲਡ ਬ੍ਰਿਟੇਨ ਦਾ ਇੱਕ ਬੁੱਢਾ ਕਿੰਗ ਹੈ ਜੋ ਰਿਟਾਇਰਮੈਂਟ ਚਾਹੁੰਦਾ ਹੈ, ਤੇ ਉਹ ਚਾਹੁੰਦਾ ਮੈਂ ਆਪਣਾ ਰਾਜ ਆਪਣੀ ਬੇਟੀਆਂ ਨੂੰ ਵੰਡ ਦੇਵਾਂ। ਐਂਡ ਹੀ ਇਜ਼ ਸੋ ਮਚ ਫਲੈਟਰੀ ਲਵਰ ਕਿ ਉਹ ਆਪਣੀ ਤਿੰਨੋਂ ਬੇਟੀਆਂ ਨੂੰ ਕੁਐਸਚਨ ਪੁੱਛਦਾ, ਹਾਊ ਮਚ ਡੂ ਯੂ ਲਵ ਮੀ, ਠੀਕ ਹੈ, ਤੁਹਾਡੀ ਮੇਰੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਹੈ? ਤੇ ਤਿੰਨੋਂ ਬੇਟੀਆਂ ਜਿਹੜੀਆਂ ਡਿਫਰੈਂਟ ਆਨਸਰ ਦਿੰਦੀਆਂ ਨੇ। ਦੋ ਨੂੰ ਤਾਂ ਪਤਾ ਉਹ ਫਲੈਟਰੀ ਪਸੰਦ ਆ ਉਹਨਾਂ ਦਾ ਫਾਦਰ ਤੋਂ, ਉਸੇ ਤਰੀਕੇ ਦੇ ਨਾਲ ਆਨਸਰ ਬਣਾਉਂਦੀਆਂ ਨੇ, ਬਟ ਥਰਡ ਯੰਗੈਸਟ ਜੋ ਓਨੈਸਟ ਹੁੰਦੀ ਆ ਉਹਨੂੰ ਬੈਨਿਸ਼ ਕਰ ਦਿੱਤਾ ਜਾਂਦਾ ਕਿਉਂਕਿ ਉਹ ਸਹੀ ਆਨਸਰ ਦਿੰਦੀ ਆ। ਸੋ ਤਿੰਨੇ ਬੇਟੀਆਂ ਦੇ ਨਾਮ ਕੀ ਆ ਪਹਿਲਾਂ ਸੋਚੋ। ਪਹਿਲਾਂ ਤਾਂ ਪਹਿਲੀ ਬੇਟੀ ਦਾ ਨਾਮ ਹੈ ਗੋਨਰਿਲ, ਦੂਸਰੇ ਨੰਬਰ ਵਾਲੀ ਦਾ ਨਾਮ ਹੈ ਰੇਗਨ, ਤੀਸਰੇ ਨੰਬਰ ਵਾਲੀ ਦਾ ਹੈ ਕੋਰਡੀਲੀਆ। ਸੋ ਕੋਰਡੀਲੀਆ ਇਜ਼ ਦਾ ਯੰਗੈਸਟ ਡਾਟਰ ਐਂਡ ਸ਼ੀ ਇਜ਼ ਓਨੈਸਟ ਐਂਡ ਟਰੂ। ਓਕੇ, ਇਹ ਟਰੂ ਸੀ। ਡੈਸਡੀਮੋਨਾ ਇਸ ਪਲੇ ਦੀ ਕੈਰੈਕਟਰ ਨਹੀਂ ਹੈ, ਡੈਸਡੀਮੋਨਾ ਕੈਰੈਕਟਰ ਹੈ ਓਥੈਲੋ ਦੀ, ਠੀਕ ਹੈ। ਡੈਸਡੀਮੋਨਾ ਕੈਰੈਕਟਰ ਹੈ ਓਥੈਲੋ ਦੀ, ਓਥੈਲੋ ਦੀ ਵਾਈਫ। Who utters the famous line, cover her face, mine eye dazzle, she died young in John Webster, Duchess of Malfoy। John Webster ਜਾਣੇ ਜਾਂਦੇ ਆ ਆਪਣੀ ਰਿਵੈਂਜ ਟ੍ਰੈਜੇਡੀਜ਼ ਦੇ ਲਈ, Duchess of Malfoy and White Death, ਠੀਕ ਹੈ। ਹੁਣ ਇਹ ਵਾਲੀ ਕੋਟੇਸ਼ਨ ਬਹੁਤ ਇੰਪੋਰਟੈਂਟ ਹੈ, ਬਹੁਤ ਆਈਕੋਨਿਕ ਕੋਟੇਸ਼ਨ ਹੈ। ਕਵਰ ਹਰ ਫੇਸ, ਮਾਈਨ ਆਈਜ਼ ਡੇਜ਼ਲ, ਡੇਜ਼ਲ ਮਤਲਬ ਬਰਸਣਾ, ਠੀਕ ਹੈ, ਹੰਝੂ ਆਣਾ। ਸ਼ੀ ਡਾਈਡ ਯੰਗ, ਬਹੁਤ ਜਵਾਨੀ ਦੇ ਵਿੱਚ ਮਰ ਗਈ। ਸ਼ੀ ਮਤਲਬ ਲੜਕੀ, ਓਕੇ। ਇਹ ਕਿਹਨੇ ਬੋਲੀ ਆ?
ਇਹ ਪਹਿਲੀ ਗੱਲ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਕਿਹੜੇ ਵਰਕ ਦੀ ਕੋਟੇਸ਼ਨ ਹੈ, ਲਿਖਿਆ ਹੋਇਆ ਹੈ ਡਚਸ ਆਫ ਮਾਲਫਾਈ। ਡਚਸ ਆਫ ਮਾਲਫਾਈ ਕਿਸਨੇ ਲਿਖਿਆ ਹੈ? ਜੌਨ ਵੈਬਸਟਰ ਨੇ। ਜੈਕੋਬੀਅਨ ਏਜ ਦੇ ਕਾਫੀ ਇੰਪੋਰਟੈਂਟ ਰਾਈਟਰ ਆ ਜਿਨ੍ਹਾਂ ਦੇ ਕਰਕੇ ਬਲੈਕ ਫਰਾਇਰ ਥੀਏਟਰ ਹੋਂਦ ਦੇ ਵਿੱਚ ਆਇਆ, ਇਹਨਾਂ ਦੇ ਪਲੇਸ ਨੂੰ ਪਰਫਾਰਮ ਕੀਤਾ ਗਿਆ ਸੀ ਬਲੈਕ ਫਰਾਇਰ ਥੀਏਟਰ ਦੇ ਵਿੱਚ। ਬਸੋਲਾ, ਫਰਦੀਨੈਂਡ, ਕਾਰਡੀਨਲ, ਐਂਟੋਨੀਓ, ਇਹ ਚਾਰੋਂ ਕੈਰੈਕਟਰ ਡਚਸ ਆਫ ਮਾਲਫਾਈ ਦੇ ਨੇ, ਜਿਸ ਦੇ ਵਿੱਚ ਡਚਸ ਨਾਮ ਦੀ ਇੱਕ ਮੇਜਰ ਕੈਰੈਕਟਰ ਹੈ ਜੋ ਕਿ ਵਿਡੋ ਹੈ, ਵਿਧਵਾ ਹੈ, ਯੰਗ ਵਿਧਵਾ। ਤਾਂ ਉਹ ਆਪਣੇ ਸਟਿਊਵਰਡ ਦੇ ਨਾਲ ਉਹਨੂੰ ਪਿਆਰ ਹੋ ਜਾਂਦਾ ਜਿਹਦਾ ਨਾਮ ਹੈ ਐਂਟੋਨੀਓ। ਇਹਦੇ ਦੋ ਵੱਡੇ ਵੱਡੇ ਬ੍ਰਦਰ ਨੇ, ਕਾਫੀ ਅਮੀਰ ਫੈਮਿਲੀ ਤੋਂ ਬਿਲੋਂਗ ਕਰਦੀ, ਓਬਵੀਅਸਲੀ ਸ਼ੀ ਇਜ਼ ਡਚਸ, ਹਨਾ। ਤੇ ਫਰਦੀਨੈਂਡ ਹੈ, ਇੱਕ ਹੈ ਕਾਰਡੀਨਲ। ਫਰਦੀਨੈਂਡ ਇਹਦਾ ਟਵਿਨ ਬ੍ਰਦਰ ਆ, ਟਵਿਨ ਬ੍ਰਦਰ। ਹੁਣ ਟਵਿਨਸ ਦੀ ਆਪਸ ਦੇ ਵਿੱਚ ਕਾਫੀ ਅਟਰੈਕਸ਼ਨ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ। ਐਂਟੋਨੀਓ ਉਹਦਾ ਸਟਿਊਵਰਡ ਆ। ਬਸੋਲਾ ਕੌਣ ਹੈ? ਫਰਦੀਨੰਦ ਨੇ ਬਸੋਲਾ ਨੂੰ ਹਾਇਰ ਕੀਤਾ ਹੈ ਸਪਾਈ, ਐਜ਼ ਅ ਸਪਾਈ ਔਨ ਡਚਸ, ਕਿ ਤੂੰ ਡਚਸ ਦੀ ਕੰਮਾਂ ਦੇ ਉੱਤੇ ਨਿਗਾਹ ਰੱਖਣੀ ਹੈ ਕਿਉਂਕਿ ਡਚਸ ਦੂਸਰਾ ਵਿਆਹ ਨਹੀਂ ਕਰਵਾ ਸਕੇ। ਓਕੇ, ਤਾਂ ਇਹ ਚਾਹੁੰਦਾ ਸੀ ਫਰਦੀਨੰਦ। ਹੁਣ ਦੇਖੋ ਜੀ, ਫਰਦੀਨੰਦ ਨੂੰ ਜਦੋਂ ਪਤਾ ਲੱਗਦਾ ਹੈ ਕਿ ਐਂਟੋਨੀਓ ਦੇ ਨਾਲ ਉਹਦੀ ਭੈਣ ਨੇ ਵਿਆਹ ਕਰਾ ਲਿਆ, ਪਹਿਲੀ ਗੱਲ ਤਾਂ ਸੁਸਾਇਟੀ ਦਾ ਫਰਕ, ਸਟੇਟਸ ਦਾ ਫਰਕ, ਤਾਂ ਉਹ ਡਚਸ ਨੂੰ ਬਹੁਤ ਟੌਰਚਰ ਕਰਦਾ ਹੈ, ਠੀਕ ਹੈ। ਤੇ ਲਾਸਟ ਦੇ ਵਿੱਚ ਉਹ ਜਦੋਂ ਡਚਸ ਦੀ ਡੈਥ ਹੁੰਦੀ ਆ ਤਾਂ ਉਹਦੀ ਲਾਸ਼ ਉਹਦੇ ਸਾਹਮਣੇ ਪਈ ਹੁੰਦੀ ਆ, ਤਾਂ ਫਰਦੀਨੰਦ ਬੋਲਦਾ ਵੀ ਇਹਦੇ ਮੂੰਹ ਨੂੰ ਢੱਕ ਦੋ ਕਿਉਂਕਿ ਮੇਰੀਆਂ ਅੱਖਾਂ 'ਚੋਂ ਹੰਝੂ ਆ ਜਾਣੇ, ਬਹੁਤ ਜਲਦੀ ਇਹਦੀ ਡੈਥ ਹੋ ਗਈ, ਠੀਕ ਹੈ। ਜਦ ਕਿ ਡੈਥ ਉਹਨੇ ਖੁਦ ਕਰਵਾਈ ਹੁੰਦੀ ਹੈ ਤਾਂ ਉਹਨੂੰ ਗਿਲਟ ਫੀਲ ਹੋ ਰਿਹਾ ਹੈ, ਤੇ ਇੱਥੇ ਉਹਨੂੰ ਰਿਡੈਂਪਸ਼ਨ ਵੀ ਫੀਲ ਹੁੰਦੀ ਹੈ, ਪਾਗਲ ਹੋ ਜਾਂਦਾ ਉਹ, ਠੀਕ ਹੈ। ਸੋ ਦਿਸ ਇਜ਼ ਇੰਪੋਰਟੈਂਟ, ਯਾਦ ਰੱਖਣਾ। which was a Shakespeare play is famously known as Scottish play among the theatrical superstition. Hamlet, Macbeth, Coriolanus, Julius Caesar। हाँ जी, केड़ा प्ले स्कॉटिश प्ले है? याद रखना है मैकबेथ, सॉरी हाँ मैकबेथ, क्योंकि मैकबेथ दी सेटिंग स्कॉटलैंड दी है, ठीक है। एंड इस प्ले नू स्कॉटिश प्ले बोलिया जाता है। थोनू पता है क्यों बोलिया जाता स्कॉटिश प्ले? मैं दस्सिया भी सी थोनू जदों अपनी यूट्यूब ते क्लास सी। स्कॉटिश प्ले क्यों बोलिया जाता है? ਕਿਹਾ ਜਾਂਦਾ ਹੈ ਕਿ ਜਦੋਂ ਮੈਕਬੈਥ ਨੂੰ ਪਰਫਾਰਮ ਕੀਤਾ ਗਿਆ, ਪਹਿਲੀ ਵਾਰ ਜਦੋਂ ਇਹਨੂੰ ਪਰਫਾਰਮ ਕੀਤਾ ਗਿਆ ਤਾਂ ਉੱਥੇ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਸਟਰਸ ਹੋਏ, ਇਨਸੀਡੈਂਟ ਹੋਏ, ਜਿਹਦੇ ਕਰਕੇ ਇਸ ਪਲੇ ਨੂੰ ਐਜ਼ ਅ ਕਰਸਡ ਪਲੇ ਬੋਲਿਆ ਜਾਣ ਲੱਗਿਆ। ਮਤਲਬ ਇਸ ਪਲੇ ਦਾ ਨਾਮ ਨਹੀਂ ਲੈਣਾ। ਜਿਵੇਂ ਕਈ ਚੀਜ਼ਾਂ ਹੁੰਦੀਆਂ ਨੇ, ਆਪਾਂ ਨੂੰ ਆਪਣੇ ਪੇਰੈਂਟਸ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਕਿ ਕਈ ਐਵੇਂ ਦੇ ਸ਼ਹਿਰ ਨੇ, ਕਈ ਐਵੇਂ ਦੇ ਪਿੰਡ ਨੇ ਜਿਨ੍ਹਾਂ ਦਾ ਨਾਮ ਬੋਲਦੇ ਨੇ ਕਿ ਸਵੇਰੇ ਸਵੇਰੇ ਨਾਮ ਨਹੀਂ ਲੈਣਾ, ਗਲਤ ਹੋ ਜਾਏਗਾ, ਮਤਲਬ ਸ਼ਰਾਪ ਐਸਾ, ਬੈਡ ਓਮਨ। ਤਾਂ ਇਸੇ ਤਰ੍ਹਾਂ ਇਸ ਪਲੇ ਦਾ ਨਾਮ ਵੀ ਨਹੀਂ ਲਿਆ ਜਾਂਦਾ ਇੰਗਲੈਂਡ ਦੇ ਵਿੱਚ। ਲੈਜੈਂਡ ਦੇ ਅਕੋਰਡਿੰਗ ਸ਼ੇਕਸਪੀਅਰ ਨੇ ਜਿਹੜੀ ਇਹਦੇ ਵਿੱਚ 3 ਵਿਚਸ ਯੂਜ਼ ਕੀਤੀਆਂ, ਉਹਨਾਂ ਦੇ ਸਹੀ ਵਾਲੇ ਮੰਤਰ ਚੋਰੀ ਕਰ ਲਏ, ਇਹ ਬੋਲਿਆ ਜਾਂਦਾ, ਜਿਹਦੇ ਕਰਕੇ ਵਿਚਸ ਨੇ ਇਸ ਪਲੇ ਨੂੰ ਸ਼ਰਾਪ ਦਿੱਤਾ ਸੀ, ਠੀਕ ਹੈ, ਕਿ ਇਹ ਪਲੇ ਦਾ ਨਾਮ ਜੋ ਵੀ ਲਏਗਾ ਉਹਦੇ ਨਾਲ ਕੁਝ ਗਲਤ ਹੋਏਗਾ। ਓਕੇ, ਤਾਂ ਕਹਿੰਦੇ ਵੀ ਜਦੋਂ ਇਹਨੂੰ ਪਹਿਲੀ ਵਾਰ ਪਰਫਾਰਮ ਕੀਤਾ ਗਿਆ, ਜਿਹੜਾ ਬੰਦਾ ਲੇਡੀ ਮੈਕਬੈਥ ਦਾ ਕਰੈਕਟਰ ਰੋਲ ਕਰ ਰਿਹਾ ਸੀ, ਉਸ ਬੰਦੇ ਨੂੰ ਇੰਨੀ ਤੇਜ਼ ਬੁਖਾਰ ਹੋਇਆ ਕਿ ਉਹ ਮਰ ਗਿਆ। ਓਕੇ, ਐਂਡ ਤੇ ਉਸ ਤੋਂ ਬਾਅਦ ਸ਼ੇਕਸਪੀਅਰ ਨੂੰ ਖੁਦ ਲੇਡੀ ਮੈਕਬੈਥ ਦਾ ਕੈਰੈਕਟਰ ਰੋਲ ਕਰਨਾ ਪਿਆ। ਸੈਕਿੰਡ ਚੀਜ਼ ਕੀ ਹੋਈ ਸੀ ਕਿ ਇੰਨੀ ਡੈਂਸ ਫੌਗ ਸੀ, ਬਹੁਤ ਠੰਡ ਦਾ ਮਾਹੌਲ ਸੀ, ਧੁੰਦ ਜਿਵੇਂ ਪੈ ਜਾਂਦੀ ਹੈ, ਜਿਹਦੇ ਕਰਕੇ ਇਹ ਕੈਰੈਕਟਰ ਸੀ ਜਿਹੜੇ ਉਹ ਆਪਸ ਦੇ ਵਿੱਚ, ਤੁਹਾਨੂੰ ਪਤਾ ਮੈਕਬੈਥ ਦੇ ਵਿੱਚ ਲੜਾਈ ਹੁੰਦੀ ਆ, ਵੋਰ ਹੁੰਦੀ ਆ, ਤੇ ਉਹ ਸਹੀ ਵਾਲੀ ਅਸਲੀ ਤਲਵਾਰਾਂ ਨਾਲ ਲੜ ਰਹੀ ਸੀ। ਉਹਨਾਂ ਨੂੰ ਸੀ ਕਿ ਅਸੀਂ ਕਿਹੜਾ ਇੱਕ ਦੂਸਰੇ ਦੇ ਮਾਰਨੀ ਆ, ਬਟ ਧੁੰਦ ਦੇ ਕਾਰਨ ਉਹ ਇੱਕ ਦੂਸਰੇ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਜ਼ਖਮੀ ਕਰ ਦਿੰਦੇ, ਜਿਸ ਤੋਂ ਬਾਅਦ ਇਸ ਪਲੇ ਨੂੰ ਸੱਚੀ ਮੰਨਿਆ ਜਾਣ ਲੱਗੇ ਕਿ ਦਿਸ ਪਲੇ ਇਜ਼ ਅ ਕਰਸਡ ਪਲੇ। ਓਕੇ, ਤੇ ਯਾਦ ਰੱਖਿਓ, ਇਸ ਕਰਕੇ ਇਹਨੂੰ ਬੋਲਿਆ ਜਾਣ ਲੱਗਿਆ ਕਿ ਇਟ ਇਜ਼ ਅ, ਨਾਮ ਨਹੀਂ ਲੈਣਾ ਇਹਦਾ, ਇਹਨੂੰ ਸਕੋਟਿਸ਼ ਪਲੇ ਬੋਲਿਆ ਕਰੋ। ਓਕੇ, ਚਲੋ। ਸ਼ੇਕਸਪੀਅਰਸ ਨੈਰੇਟਿਵ ਪੋਇਮ ਵੀਨਸ ਐਂਡ ਐਡੋਨਿਸ ਵਾਸ ਡੈਡੀਕੇਟਡ ਟੂ ਵਿਚ ਪੈਟਰੋਨ? ਤੁਹਾਨੂੰ ਪਤਾ ਸ਼ੇਕਸਪੀਅਰ ਦੀਆਂ ਵੈਸੇ ਤਾਂ ਸੋਨੇਟਸ ਲਿਖੀਆਂ ਉਹਨਾਂ ਨੇ 154, ਬਟ ਹੀ ਰੋਟ 2 ਲੌਂਗ ਪੋਇਮਸ, ਇੱਕ ਤਾਂ ਵੀਨਸ ਐਂਡ ਐਡੋਨਿਸ, ਦੂਸਰਾ ਹੈ ਰੇਪ ਆਫ ਦ ਲੁਕਰੀਸ। ਇਹ ਲੰਬੀਆਂ ਪੋਇਮਸ ਨੇ, ਇਹ ਉਸਨੇ ਕਿਸ ਨੂੰ ਡੈਡੀਕੇਟ ਕੀਤੀਆਂ ਨੇ? ਯਾਦ ਰੱਖਣਾ, ਅਰਲ ਆਫ ਸਾਊਥਹੈਂਪਟਨ ਨੂੰ, ਅਰਲ ਆਫ ਸਾਊਥਹੈਂਪਟਨ ਨੂੰ। ਇਹ ਇਸ ਦੇ ਵਿੱਚ ਆਪਾਂ ਸ਼ੇਕਸਪੀਅਰ ਦੇ MCQs ਕਰ ਰਹੇ ਹਾਂ, ਹੈ ਨਾ। ਅੱਗੇ ਦੇਖੋ, ਇਨ ਸ਼ੇਕਸਪੀਅਰਸ ਓਥੈਲੋ ਹੂ ਇਜ਼ ਦ ਵਿਲਨ ਮੈਨੀਪੂਲੇਟਡ ਓਥੈਲੋ ਇਨਟੂ ਬਿਲੀਵਿੰਗ ਡੈਸਡੀਮੋਨਾ ਵਾਸ ਅਨਫੇਥਫੁਲ? ਕੌਣ ਵਿਲਨ ਹੈ ਜੋ ਕਿ ਓਥੈਲੋ ਨੂੰ ਇਹ ਭਰੋਸਾ ਕਰਨਾ ਤੇ ਮਤਲਬ ਮਜਬੂਰ ਕਰ ਦਿੰਦਾ ਕਿ ਤੇਰੀ ਵਾਈਫ ਡਿਸਲੋਇਲ ਹੈ, ਤੇਰੀ ਵਾਈਫ ਦਾ ਕਿਸੇ ਦੇ ਨਾਲ ਅਫੇਅਰ ਹੈ? ਤਾਂ ਪਹਿਲਾਂ ਤੁਹਾਨੂੰ ਓਥੈਲੋ ਦੇ ਕੈਰੈਕਟਰਸ ਪਤਾ ਹੋਣੇ ਚਾਹੀਦੇ ਆ। ਓਥੈਲੋ ਕੌਣ ਹੈ? ਇੱਕ ਮੂਅਰ, ਵੈਨਿਸ ਦੀ ਇਹਦੀ ਸੈਟਿੰਗ ਹੈ, ਵੈਨਿਸ ਦੀ ਸੈਟਿੰਗ ਹੈ, ਜਿਸ ਦੇ ਵਿੱਚ ਸ਼ੁਰੂਆਤ ਹੁੰਦੀ ਆ ਓਥੈਲੋ ਇੱਕ ਕੈਸ਼ੀਓ ਨਾਮ ਦੇ ਕੈਰੈਕਟਰ ਨੂੰ ਪ੍ਰਮੋਟ ਕਰ ਦਿੰਦਾ ਐਜ਼ ਅ ਲੈਫਟੀਨੈਂਟ, ਤੇ ਉਹ ਇਆਗੋ ਨੂੰ ਨਹੀਂ ਕਰਦਾ, ਜਦਕਿ ਇਆਗੋ ਨੂੰ ਲੱਗਦਾ ਸੀ ਕਿ ਮੈਂ ਡਿਜ਼ਰਵਿੰਗ ਆ।
ਜਿਹਦੇ ਕਰਕੇ ਈਗੋ ਦੇ ਮਨ ਦੇ ਵਿੱਚ ਇੰਨੀ ਜੈਲਸੀ ਆਉਂਦੀ ਹੈ ਕਿ ਮੈਂ ਇਹਨੂੰ ਬਰਬਾਦ ਕਰਕੇ ਛੱਡੂੰਗਾ, ਕੈਸ਼ੀਓ ਨੂੰ ਵੀ ਤੇ ਓਥੈਲੋ ਨੂੰ ਵੀ। ਤੇ ਉਹ ਸ਼ੱਕ ਦੇ ਬੀਜ ਬੋਣੇ ਸ਼ੁਰੂ ਕਰ ਦਿੰਦਾ ਵੀ ਤੇਰੀ ਜਿਹੜੀ ਵਾਈਫ ਹੈ ਉਹਦਾ ਅਫੇਅਰ ਹੈ ਮਾਈਕਲ ਕੈਸ਼ੀਓ ਦੇ ਨਾਲ, ਠੀਕ ਹੈ। ਤੇ ਹੈਂਕਰਚੀਫ ਇਹਦੇ ਵਿੱਚ ਬਹੁਤ ਇੰਪੋਰਟੈਂਟ ਸਿੰਬਲ ਹੈ। ਸੋ ਦ ਰਾਈਟ ਆਪਸ਼ਨ ਹੇਅਰ ਵਿਲ ਬੀ ਈਗੋ। ਈਗੋ ਇਜ਼ ਦ ਵਿਲਨ ਜੋ ਕਿ ਓਥੈਲੋ ਨੂੰ ਮਜਬੂਰ ਕਰ ਦਿੰਦਾ ਇਸ ਯਕੀਨ ਦਿਵਾਉਣ ਦੇ ਵਿੱਚ ਕਿ ਤੇਰੀ ਵਾਈਫ ਡਿਸਲੋਇਲ ਹੈ। In which play by Shakespeare feature the character Caliban, an indigenous inhabitant of an enchanted island। ਹੁਣ ਇੱਕ ਆਈਲੈਂਡ ਹੈ, ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਆਈਲੈਂਡ ਕਿਹੜੇ ਪਲੇ ਦੇ ਵਿੱਚ ਹੈ। ਤਾਂ ਆਈਲੈਂਡ ਆਪਣੇ ਕੋਲ ਟੈਂਪੈਸਟ ਦੇ ਵਿੱਚ ਹੈ। ਕਿਹਦੇ ਵਿੱਚ? ਟੈਂਪੈਸਟ। ਹੁਣੇ ਆਪਾਂ ਪੜਿਆ ਸੀ ਟੈਂਪੈਸਟ ਕੀ ਹੈ? ਇੱਕ ਰੋਮਾਂਸ ਔਰ ਟ੍ਰੈਜਿਕ ਕਾਮੇਡੀ। ਟ੍ਰੈਜਿਕ ਕਾਮੇਡੀ। ਤੇ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ ਟ੍ਰੈਜਿਕ ਕਾਮੇਡੀ ਆ ਰੋਮਾਂਸ ਹੁੰਦੇ ਨੇ ਨਾ, ਉਹਨਾਂ ਦੇ ਵਿੱਚ ਐਂਡ ਦੇ ਵਿੱਚ ਹੈਪੀ ਐਂਡਿੰਗ ਹੁੰਦੀ ਆ, ਰੀਯੂਨੀਅਨ ਹੁੰਦਾ ਹੈ, ਠੀਕ ਹੈ, ਚੀਜ਼ਾਂ ਦਾ ਕੈਰੈਕਟਰ ਦੁਬਾਰਾ ਤੋਂ ਆਪਸ ਦੇ ਵਿੱਚ ਮਿਲ ਜਾਂਦੇ ਆ। ਪਹਿਲਾਂ ਖੋ ਜਾਣਾ, ਫਿਰ ਪਹਿਲਾਂ ਲੋਸ, ਸਫਰਿੰਗ, ਪਹਿਲਾਂ ਦੁੱਖ, ਫਿਰ ਖੁਸ਼ੀ, ਠੀਕ ਹੈ। ਆਪਣੇ ਕੋਲ ਇੱਕ ਤਾਂ ਪੈਰੀਕਲਸ ਹੈ, ਹੋਰ ਵੀ ਕਾਫੀ ਇਹਦੇ ਵਿੱਚ 4 ਵਰਕਸ ਮੈਂ ਤੁਹਾਨੂੰ ਦੱਸੇ ਸੀ, ਤਾਂ ਉਹਨਾਂ ਨੂੰ ਯਾਦ ਕਰ ਲਿਓ, ਠੀਕ ਹੈ। ਹੁਣ ਇਹ ਟੈਂਪੈਸਟ ਹੈ। ਟੈਂਪੈਸਟ ਦੇ ਵਿੱਚ ਨਾ 2 ਇੰਪੋਰਟੈਂਟ, ਟੈਂਪੈਸਟ ਦੇ ਵਿੱਚ ਤੁਸੀਂ ਡਿਫਰੈਂਟ ਤਰ੍ਹਾਂ ਦੀ ਸਪਿਰਿਟਸ ਦੇਖੋਗੇ। ਇੱਕ ਤਾਂ ਹੈ ਕੈਲੀਬਨ ਜੋ ਕਿ ਸ਼ੈਤਾਨ ਹੈ, ਠੀਕ ਹੈ। ਇਸ ਦੀ ਮਦਰ ਸੀ ਚੁੜੈਲ ਜਿਸ ਦਾ ਨਾਮ ਹੈ ਸਾਈਕੋਰੈਕਸ। ਸਾਈਕੋਰੈਕਸ ਪਹਿਲਾਂ ਉਸ ਆਈਲੈਂਡ ਤੇ ਰਾਜ ਕਰਦੀ ਸੀ। ਪ੍ਰੋਸਪੈਰੋ ਨੇ ਸਾਈਕੋਰੈਕਸ ਨੂੰ ਮਾਰ ਕੇ ਕੈਲੀਬਨ ਨੂੰ ਬੰਦੀ ਬਣਾਇਆ ਸੀ, ਆਪਣਾ ਸਲੇਵ ਬਣਾਇਆ ਸੀ, ਤੇ ਏਰੀਅਲ ਨਾਮ ਦੀ ਏਰੀ ਸਪਿਰਿਟ ਨੂੰ ਦਰਖਤ ਤੋਂ ਛੁਡਵਾਇਆ ਸੀ, ਠੀਕ ਹੈ। ਤੋਂ ਯਾਦ ਰੱਖਿਓ। ਓਕੇ, done। In which Shakespearean tragedy do we find the soliloquy to be or not to be? That is the question. First of all, you should know what is meaning of soliloquy. Soliloquy ਹੁੰਦਾ ਹੈ solo dialogue, ਜੋ ਜਿਵੇਂ ਤੁਸੀਂ ਕਈ ਮੂਵੀਜ਼ ਦੇ ਵਿੱਚ ਦੇਖਦੇ ਹੋ ਕੈਰੈਕਟਰ ਆਪਣੇ ਆਪ ਨਾਲ ਗੱਲ ਕਰ ਰਿਹਾ ਉੱਚੀ ਆਵਾਜ਼ ਦੇ ਵਿੱਚ, ਆਡੀਅנס ਨੂੰ ਸੁਣ ਰਿਹਾ ਪਰ ਬਾਕੀ ਜੋ ਉਹਦੇ ਨਾਲ ਦੇ ਕੈਰੈਕਟਰ ਆ ਉਹਨਾਂ ਨੂੰ ਨਹੀਂ ਸੁਣਦਾ, ਉਹਨੂੰ ਬੋਲਦੇ soliloquy। ਸਾਈਕੋਲੋਜੀਕਲ ਕਨਫਲਿਕਟ ਜਿਹਦੇ ਵਿੱਚ ਕੈਰੈਕਟਰ ਆਪਣਾ ਦਿਖਾਉਂਦਾ ਹੈ। ਮੈਕਬੈਥ, ਓਥੈਲੋ, ਹੈਮਲੇਟ, ਜੂਲੀਅਸ ਸੀਜ਼ਰ। ਹੁਣ ਤੁਹਾਨੂੰ ਪਤਾ ਹੈ ਹੈਮਲੇਟ ਕਿਵੇਂ ਦਾ ਕੈਰੈਕਟਰ ਹੈ ਜੋ ਹਮੇਸ਼ਾ ਦੁਵਿਧਾ ਵਿੱਚ ਰਹੇਗਾ, ਕਰਾਂ ਜਾਂ ਨਾ ਕਰਾਂ, ਤਾਂ ਇਹਦਾ ਰਾਈਟ ਆਪਸ਼ਨ ਆਏਗਾ ਹੈਮਲੇਟ, ਠੀਕ ਹੈ। ਐਕਟ 3। ਹਾਂਜੀ, ਅਗਲਾ ਕੁਐਸਚਨ, ਵਿਚ ਕੈਰੈਕਟਰ ਇਨ ਸ਼ੇਕਸਪੀਅਰ ਮੈਕਬੈਥ ਸੇ ਆਊਟ ਡੈਮ ਸਪੋਟ ਆਊਟ ਆਈ ਸੇ ਡਿਊਰਿੰਗ ਦ ਸਲੀਪ ਵਾਕਿੰਗ ਸੀਨ। ਸੋ ਇਹ ਵੀ ਬਹੁਤ ਫੇਮਸ ਸੀਨ ਹੈ। ਇਹ ਹੈ ਮੈਕਬੈਥ ਦਾ ਸੀਨ। ਤੇ ਲੇਡੀ ਮੈਕਬੈਥ ਜਦੋਂ ਡੰਕਨ ਨੂੰ ਮਰਵਾ ਦਿੰਦੀ ਆ, ਬਾਅਦ ਦੇ ਵਿੱਚ ਉਹਨੂੰ ਬਹੁਤ ਗਿਲਟ ਫੀਲ ਹੁੰਦਾ ਹੈ। ਤਾਂ ਇਸ ਪਲੇ ਦੇ ਵਿੱਚ 2 ਇੰਪੋਰਟੈਂਟ ਸੀਨ ਨੇ ਲੇਡੀ ਮੈਕਬੈਥ ਦੇ। ਇੱਕ ਤਾਂ ਸਲੀਪ ਵਾਕਿੰਗ ਸੀਨ, ਜਦੋਂ ਉਹ ਨੀਂਦ ਦੇ ਵਿੱਚ ਉੱਠਦੀ ਹੈ ਤੇ ਉੱਚੀ ਉੱਚੀ ਚਲਾਣਾ ਸ਼ੁਰੂ ਕਰ ਦਿੰਦੀ ਹੈ ਹਵਾ ਦੇ ਵਿੱਚ ਕਿ ਆਊਟ ਡੈਮ ਸਪੋਟ ਆਊਟ। ਹੁਣ ਆਊਟ ਡੈਮ ਸਪੋਟ ਕਿਹਨੂੰ ਕਹਿੰਦੀ? ਇੱਕ ਹੈ ਹੈਂਡ ਵਾਸ਼ਿੰਗ ਸੀਨ, ਕਿਉਂਕਿ ਉਹਨੂੰ ਲੱਗ ਰਿਹਾ ਹੈ ਕਿ ਮੇਰੇ ਹੱਥਾਂ ਦੇ ਉੱਤੇ ਖੂਨ ਲੱਗਿਆ ਹੋਇਆ, ਮਤਲਬ ਉਹਦਾ ਸਾਈਕੋਲੋਜੀਕਲ ਗਿਲਟ ਹੈ, ਉਹਨੂੰ ਫੀਲ ਹੋ ਰਿਹਾ ਕਿ ਮੇਰੇ ਹੱਥਾਂ ਦੇ ਉੱਤੇ ਖੂਨ ਲੱਗਿਆ ਹੋਇਆ ਹੈ ਤੇ ਇਹ ਖੂਨ ਜਾ ਨਹੀਂ ਰਿਹਾ, ਉਹਨੂੰ ਖੂਨ ਚੋਂ ਸਮੈਲ ਆ ਰਹੀ ਹੈ ਜਦ ਕਿ ਉਹਦੇ ਹੱਥਾਂ ਦੇ ਉੱਤੇ ਕੁਝ ਨਹੀਂ ਲੱਗਿਆ ਹੋਇਆ ਫਿਜ਼ੀਕਲੀ, ਬਟ ਉਹ ਵਾਰ-ਵਾਰ ਹੱਥ ਧੋਂਦੀ ਆ, ਕਦੇ ਨੀਂਦ ਚ ਉੱਠ ਕੇ ਚਲਾਉਂਦੀ ਰਹਿੰਦੀ ਆ, ਇਸੇ ਤਰ੍ਹਾਂ ਉਹ ਸੁਸਾਈਡ ਕਮਿਟ ਕਰ ਲੈਂਦੀ ਆ, ਠੀਕ ਹੈ। ਸੋ ਲੇਡੀ ਮੈਕਬੈਥ। ਹਾਂਜੀ, ਹੁਣ ਪਹਿਲਾਂ ਇਹਦੇ ਵਿੱਚ ਲੇਡੀ ਮੈਕਡਫ ਕੌਣ ਹੈ? ਮੈਕਡਫ ਜੋ ਮੈਕਡਫ ਹੋਏਗਾ ਇੱਕ ਆਰਮੀ ਮੈਨ, ਇੱਕ ਵੋਰੀਅਰ, ਉਹਦੀ ਵਾਈਫ ਹੈ ਜਿਹੜਾ ਬਾਅਦ ਦੇ ਵਿੱਚ ਮੈਕਬੈਥ ਨੂੰ ਮਾਰੇਗਾ। 3 ਵਿਚਿਸ ਤੁਹਾਨੂੰ ਪਤਾ ਹੈ, 3 ਚੁੜੇਲਾਂ ਜੋ ਇਹਨਾਂ ਨੂੰ ਮਿਲਦੀਆਂ ਨੇ ਮੈਕਬੈਥ ਤੇ ਬੈਂਕੋ ਨੂੰ, ਜੋ 3 ਪ੍ਰੋਫੀਸੀਜ਼ ਕਰਦੀਆਂ ਨੇ। ਹੈਕੇਟ ਕੌਣ ਹੈ? ਹੈਕੇਟ ਜਿਹੜੀ ਹੈ ਉਹ ਇਹਨਾਂ ਦੀ ਹੈਡ ਹੈ, 3 ਵਿਚਸ ਦੀ ਹੈਡ ਹੈ, ਸਭ ਤੋਂ ਵੱਡੀ ਚੁੜੈਲ। ਓਕੇ, ਹਾਂਜੀ। In Shakespeare, King Lear, who is the illegitimate son of Earl of Gloucester, who plots against his brother Edgar। ਹੁਣ ਇਹਨੂੰ ਸਮਝਣ ਦੇ ਲਈ ਤੁਹਾਨੂੰ ਕਿੰਗ ਲੀਅਰ ਦੇ ਦੋਨੋਂ ਪਲੋਟਸ ਪਤਾ ਹੋਣੇ ਚਾਹੀਦੇ ਆ। ਕਿੰਗ ਲੀਅਰ ਦੇ ਵਿੱਚ 2 ਪਲੋਟਸ ਚੱਲਣਗੇ, ਇੱਕ ਤਾਂ ਕਿੰਗ ਲੀਅਰ ਦੀ ਜ਼ਿੰਦਗੀ, ਕਿੰਗ ਲੀਅਰ ਦੀ ਫੈਮਿਲੀ, ਉਹਦੀਆਂ 3 ਬੇਟੀਆਂ ਗੋਨਰਿਲ, ਰੀਗਨ, ਕੋਰਡੀਲੀਆ, ਹੈ ਨਾ। ਇੱਕ ਪਾਸੇ ਤੁਹਾਨੂੰ ਅਰਲ ਆਫ ਗਲੂਸੈਸਟਰ ਦੀ ਫੈਮਿਲੀ ਵੀ ਉਹਦਾ ਪਲੋਟ ਦੇਖਣ ਨੂੰ ਮਿਲੇਗਾ। अर्ल ऑफ ग्लूसेस्टर इज द शुभ चिंतक ऑफ किंग लियर। ਇਹਦੇ 2 ਬੇਟੇ ਆ, ਇੱਕ ਦਾ ਨਾਮ ਹੈ ਐਡਗਰ ਤੇ ਦੂਸਰੇ ਦਾ ਨਾਮ ਹੈ ਐਡਮੰਡ, ਰਾਈਟ। ਐਡਮੰਡ ਐਂਡ ਐਡਗਰ, ਇਹਨਾਂ ਦੋਨਾਂ ਦੇ ਵਿੱਚ ਗੱਲ ਯਾਦ ਕੀ ਰੱਖਣੀ ਆ ਕਿ ਇਹ ਦੋਨੋਂ ਬੇਟੇ ਕਿਹਦੇ? अर्ल ऑफ ग्लूसेस्टर ਦੇ। ਇੱਕ ਲੈਜੀਟੀਮੇਟ ਹੈ, ਇੱਕ ਇਲੀਜੀਟੀਮੇਟ ਹੈ, ਇੱਕ ਜਾਇਜ਼ ਹੈ, ਇੱਕ ਨਜਾਇਜ਼ ਹੈ। ਤਾਂ ਜਿਹੜਾ ਐਡਗਰ ਹੈ ਉਹ ਉਹਦਾ ਰੀਅਲ ਬੇਟਾ ਹੈ ਤੇ ਇਹ ਵਾਲਾ
इलिजिटिमेट है। तो ये बहुत क्लैवर है, जो चाहता है भी अर्ल ऑफ ग्लूसैस्टर की सारी प्रॉपर्टी मेरे को आ जाए, बट ड्यू टू इलिजिटिमेसी वो नहीं कर सकता, तो वो एडगर नूं घर तो कढ़वा दिंदा है, बाद दे विच वो ग्लूसैस्टर नूं ब्लाइंड भी करवांदा है। ठीक है, तो एडगर जो है ਉਹ बेसिकली ਇਹਦਾ रियल बेटा है। ਇਹਦਾ आंसर आएगा इलिजिटिमेट सन कौन है, एडमंड। ठीक है, इलिजिटिमेट सन कौन है, एडमंड। हुण हु इज कैंट, कैंट कौन है, जो हमेशा किंग लियर दे नाल रहेगा, किंग लियर द फेथफुल। ओके, किंग लियर द फेथफुल। उस तो बाद ओसवाल्ड कौन है, कॉर्नवॉल कौन है, ओसवाल्ड जिहड़ा है वो गोनरिल दा हसबैंड है, गोनरिल दा हसबैंड। ठीक है, ते कॉर्नवॉल कौन है, रीगन दा हसबैंड। बहुत ज्यादा शातिर कनिंग ये दोनों आ। ठीक है, ये दोनों बहुत खराब हुंदे आ। ओसवाल्ड थोड़ा जा सही हुंदा, ओसवाल्ड शरीफ है इन्हां चों। फर्स्ट फोलियो ऑफ शेक्सपियर प्लेज वर पब्लिश्ड इन 1623। पहला तो आही क्वेश्चन बनेगा, याद रखना है। फोलियो की हुंदा है, हुण फोलियो फोल्ड तो बने। ठीक है, क्योंकि शेक्सपियर के प्लेस बहुत लंबे सी, तो उहदे लई 4 तहां दे विच जिवें फोलियो बना दिंदे आ पेज दा। मैं तुहानूं एक दिन शॉर्ट बनाऊंगी व्हाट इज फोलियो एंड व्हाट इज क्वार्टेट्स, जिहदे विच तुहानूं समझ आ जाएगा क्वार्टो ते फोलियो दे विच की फर्क है। ठीक है, इहदे लई याद रखना कि शेक्सपियर दे जिहड़े प्ले सी वो काफ़ी लंबे सी, तो उन्हां नूं होरीजोंटली जिवें एवें इस शेप दे विच लिखिया गया, फोलियोस। ओके, ये मैं समझा दूंगी थानू। तो इन्होंने पूछे भी 2 फैलो एक्टर्स ने उन्होंने फोलियो दे विच कंपाइल किया, उन्होंने प्लेस नूं उन्होंने नाम दसने आ। इन्हां दे नाम हैगे आ जी आ वाला जॉन हमिंजी एंड हैनरी कोंडल, जो कि शेक्सपियर दे फैलो एक्टर सी। उन्होंने शेक्सपियर दे सारे प्लेस नूं कंपाइल किया फोलियो दे विच। फर्स्ट फोलियो रिलीज होया 1623 दे विच। How many sonnets of William Shakespeare published in the famous 1609 collection published by Sir Thomas Thorpe? हाँ जी, किन्नियां सोनेट्स शेक्सपियर ने पब्लिश कीतियां अपनी कलैक्शन दे विच, जेड़ी कलैक्शन किसने पब्लिश कीती सी, सर थॉमस थॉर्प ने। हाँ जी, दसो। What will be the right answer? 154, 152। किन्नियां सोनेट ने शेक्सपियर दियां? वन फिफ्टी 154। ठीक है, 154 की सीक्वेंस भी तुसी याद रखनी है, मैं तुहानूं अगले उहदे विच दसूंगी। तो याद रखना है जिहड़ियां 154 सोनेट है 1609 दे विच आईयां, किने पब्लिश करवाईयां, थॉमस थॉर्पी ने। अगला क्वेश्चन, शेक्सपियर सोनेट 1 to 126 आर प्राइमरली एड्रेस टू। पहलियां जिहड़ियां 126 तक जिहड़ियां सोनेट ने वो किनू एड्रेस ने, फेयर यूथ नू। ठीक है, तो याद रखना 1 to 126 एड्रेस ने फेयर यूथ नू, मिस्टर WH नू। ते जिहड़ियां 1 उस तो बाद 127 to 152 सोनेट वो डार्क लेडी नू आ। ठीक है, तो रह गया 2, 153 एंड 154 ए डेडिकेटेड ने क्यूपिड नू, जिहड़ा गॉड ऑफ लव है। तो ये तीनों सीक्वेंसेस प्लीज याद रखियो, क्वेश्चन जरूर बन सकता है इहदे उत्ते। Which Shakespearean play feature the line all the world stage, all the men and women merely players? सो एक किहदा प्ले, किहड़े प्ले दी कोटेशन है, काफ़ी बार पूछी गई है। एज यू लाइक इट दी किसने बोली सी, जैक्स नाम दे कैरेक्टर ने। ठीक है, एज यू लाइक इट दे विच गार्डन का नाम भी याद रखना है, फॉरेस्ट ऑफ आर्डन, फॉरेस्ट ऑफ आर्डन। ठीक है जी। Who utters the phrase life is but a walking shadow, a poor play that stouts and frets his hour upon the stage? ਤਾਂ ਇਹ ਵਾਲੀ ਬੋਲੀ ਹੈ ਮੈਕਬੈਥ ਦੇ ਵਿੱਚ। ਮੈਕਬੈਥ ਨੇ ਬੋਲੀ ਸੀ ਜਦੋਂ ਉਹਨੂੰ ਪਤਾ ਲੱਗਦਾ ਵੀ ਲੇਡੀ ਮੈਕਬੈਥ ਦੀ ਡੈਥ ਹੋ ਗਈ ਹੈ, ਲੇਡੀ ਮੈਕਬੈਥ ਦੀ ਡੈਥ ਹੋ ਗਈ ਆ, ਤਾਂ ਉਹਨੂੰ ਪਤਾ ਲੱਗਦਾ ਹੈ, ਤਾਂ ਉਸਨੇ ਇਹ ਕੋਟੇਸ਼ਨ ਬੋਲੀ ਸੀ ਆਫਟਰ ਰਿਸੀਵਿੰਗ ਦ ਨਿਊਜ਼ ਆਫ ਹਿਜ਼ ਵਾਈਫਸ ਡੈਥ। Which of the Shakespeare play features a play within play? Play ਦਾ ਨਾਮ ਹੈ ਮਰਡਰ ਆਫ ਗੋਨਜ਼ਾਗੋ। ਐਵੇਂ ਕੁਐਸਚਨ ਆ ਸਕਦਾ ਵਾਟ ਇਜ਼ ਦ ਨੇਮ ਆਫ ਪਲੇ, ਔਰ ਇਹਨੂੰ ਆਪਾਂ ਮਾਊਸ ਟ੍ਰੈਪ ਪਲੇ ਵੀ ਬੋਲ ਦਿੰਦੇ ਆ। ਤਾਂ ਇਹ ਪਲੇ ਜਿਹੜਾ ਹੈ ਹੈਮਲੇਟ ਦੇ ਵਿੱਚ ਹੈ। ਜਦੋਂ ਹੈਮਲੇਟ ਨੂੰ ਉਹਦੇ ਫਾਦਰ ਦਾ ਗੋਸਟ ਦਿਖਾਈ ਦਿੰਦਾ ਹੈ,
ਕਿੰਗ ਹੈਮਲੇਟ ਦਾ ਉਹ ਬੋਲਦਾ ਕਿ ਤੇਰੇ ਚਾਚੇ ਨੇ ਕਲੋਡੀਅਸ ਨੇ ਹੀ ਮੈਨੂੰ ਮਰਵਾਇਆ ਹੈ ਮੇਰੇ ਕੰਨ ਦੇ ਵਿੱਚ ਪੋਇਜ਼ਨ ਪਾ ਕੇ। ਫਿਰ ਉਹ ਜਿਹੜਾ ਪ੍ਰਿੰਸ ਹੈਮਲੇਟ ਹੈ ਇਸ ਗੱਲ ਨੂੰ ਪੱਕਾ ਕਰਨ ਦੇ ਲਈ, ਸੱਚ ਸਾਬਿਤ ਕਰਨ ਦੇ ਲਈ ਜਾਂ ਸੱਚ ਜਾਣਨ ਦੇ ਲਈ, ਕਿਉਂਕਿ ਉਹਨੂੰ ਸਮਝ ਨਹੀਂ ਆਉਂਦਾ ਕਿ ਇਹ ਸੱਚੀ 'ਚ ਹੋਇਆ ਜਾਂ ਫਿਰ ਇਹ ਕੁਝ ਗਲਤ ਸੀ ਜਾਂ ਫਿਰ ਇਹ ਮੇਰਾ ਸਿਰਫ ਇੱਕ ਭੁਲੇਖਾ ਸੀ, ਇੱਕ ਮੈਨੂੰ ਸੁਪਨਾ ਆਇਆ ਸੀ, ਤਾਂ ਉਹ ਇਸ ਚੀਜ਼ ਨੂੰ ਦੇਖਣ ਦੇ ਲਈ ਇੱਕ ਪਲਾਟ ਰਚਦਾ ਹੈ, ਇੱਕ ਪਲਾਨ ਬਣਾਉਂਦਾ ਹੈ ਕਿ ਮੈਂ ਇੱਕ ਪਲੇ ਕਰਵਾਉਂਗਾ ਜਿਹਦਾ ਨਾਮ ਹੈ ਮਰਡਰ ਆਫ ਗੋਨਜ਼ਾਗੋ, ਜਿਹਦੇ ਵਿੱਚ ਸੇਮ ਉਸ ਤਰ੍ਹਾਂ ਹੀ ਘਟਨਾ ਜਿਹੜੀ ਇਨਸੀਡੈਂਟ ਕਰਵਾਉਂਗਾ ਜਿਵੇਂ ਮੇਰੇ ਫਾਦਰ ਨੇ ਮੈਨੂੰ ਦੱਸੀ ਸੀ। ਤਾਂ ਜਦੋਂ ਉਹ ਦੇਖਦਾ ਹੈ ਤਾਂ ਉਹਦੇ ਚਾਚੇ ਦੇ ਹੋਪ ਉੜ ਜਾਂਦੇ ਆ ਕਲੋਡੀਅਸ ਦੇ, ਤੇ ਉੱਥੋਂ ਉਹਨੂੰ ਪਤਾ ਲੱਗਦਾ ਵੀ ਸੱਚੀ 'ਚ ਕਲੋਡੀਅਸ ਨੇ ਹੀ ਮੇਰੇ ਪਾਪਾ ਦਾ ਮਰਡਰ ਕਰਵਾਇਆ। ਸ਼ੇਕਸਪੀਅਰ 12th ਨਾਈਟ ਹੂ ਇਜ਼ ਸਟਿਊਅਰਡ, ਜੋ ਕਿ ਮੇਕਸ ਹਿਮ ਦਾ ਵਿਕਟਮ ਆਫ ਮੈਲੀਸ਼ੀਅਸ ਪ੍ਰੈਂਕ, ਕਿਹੜਾ ਨੌਕਰ ਹੁੰਦਾ ਹੈ ਜਿਹੜਾ ਆਪਣੇ ਆਪ ਨੂੰ ਇੱਕ ਹਾਸੇ ਦਾ ਸਬਜੈਕਟ ਬਣਾ ਦਿੰਦਾ ਪ੍ਰੈਂਕ ਦਾ, ਜਿਹਦੇ ਉੱਤੇ ਬਹੁਤ ਵੱਡਾ ਮਜ਼ਾਕ ਹੁੰਦਾ, ਤਾਂ ਉਹਦਾ ਨਾਮ ਹੈ ਮੈਲਵੋਲੀਓ। ਓਕੇ ਜੀ। Which Shakespearean play is centered around Jewish moneylender Shylock and famous Pound of Flesh? ਤੁਹਾਨੂੰ ਪਤਾ ਹੀ ਹੋਏਗਾ Jewish moneylender Pound of Flesh ਵਾਲਾ ਕਿਹੜਾ play ਹੈ? Merchant of Venice। ठीक है। अगला क्वेश्चन, रोमन प्ले एंटनी एंड क्लियोपैट्रा हैवली बेस्ड ऑन विच हिस्टोरिकल सोर्स? ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸ਼ੇਕਸਪੀਅਰ ਦੇ ਕਈ ਪਲੇਜ਼ ਆ ਜਿਹੜੇ ਪਲੂਟਾਰਕ ਦੀ ਇਸ ਵਰਕ ਦੇ ਉੱਤੇ ਬੇਸਡ ਆ। ਠੀਕ ਹੈ। ਸੋ ਅੱਜ ਦੇ ਲਈ ਆਪਾਂ ਇੰਨਾ ਹੀ ਪੜ੍ਹਨਾ ਹੈ। ਇਹਦੇ ਵਿੱਚ ਮੈਂ ਤੁਹਾਨੂੰ ਸ਼ੇਕਸਪੀਅਰ ਦੇ ਨਾਲ ਜਿੰਨੇ ਵੀ ਰਿਲੇਟਡ ਕੁਐਸਚਨ ਨੇ ਉਹ ਮੈਂ ਤੁਹਾਨੂੰ ਕਰਵਾ ਚੁੱਕੀ ਹਾਂ। ਕੱਲ ਦੇ ਜਿਹੜੇ ਆਪਣੇ ਸੈਸ਼ਨ ਦੇ ਵਿੱਚ ਆਪਾਂ ਨੈਕਸਟ ਰਾਈਟਰ ਨੂੰ ਕਵਰ ਕਰਾਂਗੇ। ਓਕੇ, ਥੈਂਕ ਯੂ ਸੋ ਵੈਰੀ ਮਚ, ਹੈਵ ਅ ਵੈਰੀ ਗੁੱਡ ਡੇ।